ਗੁਰਮੁਖ ਪਿਆਰਿਓ, ਨਿਤਨੇਮ ਗੁਰਬਾਣੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ। ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਸੰਗਤ ਜੀ। ਅੱਜ ਜੋ ਬੇਨਤੀਆਂ ਆਪਾਂ ਸਾਂਝੀਆਂ ਕਰਨ ਜਾ ਰਹੇ ਹਾਂ, ਗੁਰਮੁਖ ਪਿਆਰਿਓ, ਕੁਝ ਬੇਨਤੀਆਂ ਆਪਾਂ ਅੱਜ ਇਸ ਕਦਰ ਸਾਂਝੀਆਂ ਕਰਨੀਆਂ ਨੇ। ਨਹੀਂ ਚੁੱਪ ਬੈਠੀ ਬੀਜੇਪੀ ਸਰਕਾਰ। ਗੁਰਮੁਖੋ, ਥੋੜ੍ਹੀਆਂ ਜਿਹੀਆਂ ਧਿਆਨ ਨਾਲ ਸੁਣਿਓ ਮੇਰੀਆਂ ਇਹ ਬੇਨਤੀਆਂ। ਨਵੇਂ ਕਾਨੂੰਨ ਲਾਗੂ ਕਰਨ ਤੇ ਜ਼ਮੀਨਾਂ ਬਚਾਉਣ ਦੇ ਲਈ ਫੇਰ ਲੜਨੀ ਪਵੇਗੀ ਸਾਨੂੰ ਹੱਕਾਂ ਦੀ ਲੜਾਈ। ਤੇ ਕਿਵੇਂ, ਕੁਝ ਬੇਨਤੀਆਂ ਮੈਂ ਆਪ ਜੀ ਦੇ ਚਰਨਾਂ ਵਿੱਚ ਸਾਂਝੀਆਂ ਕਰਨੀਆਂ ਨੇ ਤੇ ਇਕਾਗਰ ਚਿੱਤ ਹੋ ਕੇ ਮਨ ਦੀ ਸ਼ਾਂਤੀ ਬਣਾ ਕੇ ਆਪ ਜੀ ਨੇ ਸਰਵਣ ਕਰਨੀ ਹੈ। ਸਤਿਗੁਰੂ ਕਿਰਪਾ ਕਰਨ। ਫਤਿਹ ਬੁਲਾਓ, ਆਰੰਭਤਾ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਿਸਾਨੀ ਅੰਦੋਲਨ 2020 ਦੇ ਵਿੱਚ ਸ਼ੁਰੂ ਹੁੰਦਾ ਹੈ। ਕਿਸਾਨੀ ਅੰਦੋਲਨ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ 2 ਮਹੀਨੇ ਪਹਿਲਾਂ, ਔਰ ਨਵੰਬਰ ਦੇ ਵਿੱਚ 2020 ਨੂੰ ਅਸੀਂ ਦਿੱਲੀ ਨੂੰ ਕੂਚ ਕਰਦੇ ਹਾਂ। 26 ਤਰੀਕ ਨੂੰ, 26 ਨਵੰਬਰ 2020 ਨੂੰ ਅਸੀਂ ਦਿੱਲੀ ਨੂੰ ਕੂਚ ਕਰਦੇ ਹਾਂ। ਹਜ਼ਾਰਾਂ ਹੀ ਮੁਸ਼ਕਿਲਾਂ ਲੰਘਣ ਤੋਂ ਬਾਅਦ, ਹਜ਼ਾਰਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਅਸੀਂ ਦਿੱਲੀ ਦੇ ਬਾਰਡਰਾਂ ਤੱਕ ਪਹੁੰਚਦੇ ਹਾਂ। ਬੀਜੇਪੀ ਸਰਕਾਰ ਨੇ, ਹਰਿਆਣਾ ਖੱਟਰ ਸਰਕਾਰ ਨੇ ਸੜਕਾਂ ਵੀ ਪੁਟਵਾਈਆਂ, ਪਾਣੀ ਦੀਆਂ ਬੁਛਾੜਾਂ ਨਾਲ ਵੀ ਸਵਾਗਤ ਕੀਤਾ, ਔਰ ਵੱਡੇ ਵੱਡੇ ਹਾਈਡਰੋ ਪੱਥਰ ਲਿਆ ਲਿਆ ਕੇ ਸੜਕਾਂ ਦੇ ਉੱਤੇ ਰੱਖ ਦਿੱਤੇ, ਔਰ ਹੋਰ ਵੀ ਬੜਾ ਕੁਝ ਕੀਤਾ। ਲਾਠੀ ਚਾਰਜ ਵੀ ਹੋਇਆ ਹਰਿਆਣੇ ਦੇ ਵਿੱਚ ਪਾਣੀਪਤ ਦੇ ਕੋਲ। ਲੱਖਾਂ ਹੀ ਔਕੜਾਂ ਸਾਹਮਣੇ ਰੱਖੀਆਂ ਗਈਆਂ। ਦਿੱਲੀ ਵਿੱਚ ਨਹੀਂ ਐਂਟਰ ਹੋਣ ਦਿਆਂਗੇ, ਦਿੱਲੀ ਵਿੱਚ ਨਹੀਂ ਵੜਨ ਦਿਆਂਗੇ, ਬੜਾ ਕੁਝ ਕਿਹਾ ਨਾ। ਪਰ ਮੈਂ ਬੇਨਤੀ ਕਰਕੇ ਧਿਆਨ ਦਿਵਾ ਦਿਆਂ, ਪਰ ਫਿਰ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਿੰਘ ਸਾਡੇ ਆਪਣੇ ਭਰਾ, ਜੰਗ ਸੀ ਜਿਹੜੀ, ਉਹਨੂੰ ਫਤਿਹ ਕਰਨ ਦੇ ਲਈ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਬੈਠ ਗਏ। ਲਗਾਤਾਰ 1 ਸਾਲ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ। ਤੇ ਯਾਦ ਰੱਖਿਓ, 1 ਸਾਲ ਉਹਨਾਂ ਨੇ ਦਿੱਲੀ ਤੇ ਬੈਠ ਕੇ, ਦਿੱਲੀ ਦੀ ਹਿੱਕ ਦੇ ਉੱਪਰ ਬੈਠ ਕੇ ਲੰਗਰ ਪ੍ਰਸ਼ਾਦਾ ਛਕਿਆ ਤੇ ਅਨੇਕਾਂ ਹੀ ਲੋਕਾਂ ਨੂੰ ਲੰਗਰ ਛਕਾਇਆ। ਇਹ ਬਾਬੇ ਨਾਨਕ ਦਾ ਲੰਗਰ ਆ। ਗੁਰਮੁਖੋ, ਦੂਸਰੀ ਬੇਨਤੀ ਮੈਂ ਕਰਨ ਲੱਗਿਆ, ਕਿਉਂਕਿ ਜਿੱਥੇ ਇੰਨਾ ਸਭ ਕੁਝ ਹੋਇਆ ਉੱਥੇ ਸਾਡੀ ਭਾਈਚਾਰਕ ਸਾਂਝ ਨਹੀਂ ਜੇ ਟੁੱਟੀ। ਭਾਈਚਾਰਕ ਸਾਂਝ ਸਾਡੀ ਕਾਇਮ ਰਹੀ। ਹਾਲਾਂਕਿ ਮੋਰਚੇ ਨੂੰ ਹਿਲਾਉਣ ਦੇ ਲਈ ਬੜਾ ਕੁਝ ਹੋਇਆ। ਕੁਝ ਬੰਦੇ ਬਾਹਰੋਂ ਆਉਂਦੇ ਨੇ, ਮੋਰਚੇ ਨੂੰ ਹਿਲਾਉਣ ਦਾ ਯਤਨ ਕਰਦੇ ਨੇ ਕਿ ਇਹ ਟੁੱਟ ਜਾਣ, ਭੱਜ ਜਾਣ, ਪਰ ਅਸੀਂ ਆਪਣੇ ਏਕੇ ਤੇ ਸਬਰ ਕਰਕੇ ਮੋਰਚੇ ਤੇ ਡਟੇ ਰਹੇ। ਦੀਪ ਸਿੱਧੂ ਵਰਗੇ ਨੌਜਵਾਨਾਂ ਨੇ ਸਾਥ ਦਿੱਤਾ। ਹਾਲਾਂਕਿ ਸਾਡੇ ਆਗੂਆਂ ਨੇ ਉਹਨਾਂ ਨੂੰ ਗਦਾਰ ਕਿਹਾ, ਗੱਲ ਵੱਖਰੀ ਹੈ, ਉਹ ਵੱਖਰਾ ਵਿਸ਼ਾ ਹੈ, ਪਰ ਨੌਜਵਾਨਾਂ ਨੇ ਵੀ ਸਾਥ ਦਿੱਤਾ। ਨੌਜਵਾਨੀ ਪੂਰੀ ਡਟ ਕੇ ਖਲੋਈ ਸੀ ਦਿੱਲੀ ਦੇ ਬਾਰਡਰਾਂ ਤੇ, ਔਰ ਨਿਹੰਗ ਸਿੰਘ ਜਥੇਬੰਦੀਆਂ, ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਬਿਲਕੁਲ ਸਾਹਮਣੇ ਡਟੀਆਂ ਰਹੀਆਂ ਫੌਜ ਦੇ। ਦਿੱਲੀ ਦੇ ਬਾਰਡਰਾਂ ਤੇ ਨਿਹੰਗ ਸਿੰਘ ਬੈਠੇ ਰਹੇ, ਖਾਲਸੇ ਦੇ ਨਿਸ਼ਾਨ ਵੀ ਝੁੱਲੇ, ਬੋਲੇ ਸੋ ਨਿਹਾਲ ਦੇ ਜਕਾਰੇ ਵੀ ਗੂੰਜੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਹ ਜਕਾਰਿਆਂ ਦੇ ਨਾਲ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ। ਬੜਾ ਕੁਝ ਹੋਇਆ ਜੀ, ਤੁਸੀਂ ਸਾਰਾ ਕੁਝ ਅੱਖੀਂ ਵੇਖਿਆ ਹੀ ਆ ਆਪਣੇ। ਕੋਈ ਸਦੀਆਂ ਦੀ ਗੱਲ ਤੇ ਹੈ ਨਹੀਂ ਆ, ਪਿਛਲੇ ਸਾਲ ਦੀ ਉਹ ਗੱਲ ਹੈ ਸਾਰੀ। ਕਿਉਂ ਗਏ ਦਿੱਲੀ? ਬੀਜੇਪੀ ਸਰਕਾਰ ਨੇ ਜੋ 3 ਖੇਤੀ ਕਾਨੂੰਨ ਲਾਗੂ ਕੀਤੇ, ਉਹ ਕਾਨੂੰਨ ਜਿਹੜੇ ਸੀ ਕਿਸਾਨ ਮਾਰੂ ਬਿੱਲ ਹੀ ਨਹੀਂ, ਬਲਕਿ ਦੁਨੀਆ ਦਾ ਘਾਣ, ਦੁਨੀਆ ਦਾ ਖਾਤਮਾ ਕਰਨ ਵਾਲੇ ਬਿੱਲ ਸੀ। ਆਉਣ ਵਾਲੀਆਂ ਫਸਲਾਂ ਨੂੰ ਕੁਆਇਰ ਕਰਕੇ ਸਾਡੀਆਂ ਨਸਲਾਂ ਗਵਾਉਣ ਵਾਲੀ ਉਹ ਗੱਲ ਸੀ। ਇਸ ਕਰਕੇ ਵਿਰੋਧਤਾ ਕਰਕੇ ਉਹ ਕਾਨੂੰਨ ਰੱਦ ਕਰਾਉਣ ਦੇ ਲਈ ਅਸੀਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਜਾ ਕੇ। ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਉੱਪਰ ਪਰਚੇ ਵੀ ਹੁੰਦੇ ਨੇ, ਪੱਕੇ ਘਰ ਪਾਉਣ ਵਾਲਿਆਂ ਤੇ ਪਰਚੇ ਹੁੰਦੇ ਨੇ, ਹੋਰ ਵੀ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ। ਦੁਨੀਆ ਦੀ ਨਿਗਾਹ ਵਿੱਚ ਉਹ ਚੰਗੇ ਕੰਮ ਸੀ, ਪਰ ਸਰਕਾਰ ਦੀ ਨਿਗਾਹ ਵਿੱਚ ਬੁਰੇ ਕੰਮ ਸੀ।
ਉਹਨਾਂ ਦੇ ਉੱਪਰ ਪਰਚੇ ਹੋਏ। ਪੰਜਾਬ ਦੇ ਵਿੱਚ ਵੀ ਜੋ ਜੂਝੇ ਉਹਨਾਂ ਤੇ ਪਰਚੇ ਹੋਏ। ਉਹ ਕਾਨੂੰਨ ਤੇ ਭਾਵੇਂ ਰੱਦ ਕਰ ਦਿੱਤੇ। ਕਾਨੂੰਨ ਰੱਦ ਕਰਨ ਪਿੱਛੇ ਵੀ ਕੋਈ ਨਾ ਕੋਈ ਸਾਜ਼ਿਸ਼ ਹੈ। ਖੇਤੀਬਾੜੀ ਮੰਤਰੀ ਦਾ ਇਹ ਬਿਆਨ ਦੇਣਾ, ਬਿੱਲ ਰੱਦ ਹੋਣ ਤੋਂ ਠੀਕ 1 ਮਹੀਨਾ ਬਾਅਦ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਨਾਗਪੁਰ ਤੋਂ। ਉਹ ਕਹਿੰਦੇ ਖੇਤੀ ਕਾਨੂੰਨ ਅਸੀਂ ਰੱਦ ਕੀਤੇ ਨੇ, ਖੇਤੀ ਕਾਨੂੰਨ ਅਸੀਂ ਰੱਦ ਕੀਤੇ ਨੇ, ਦੁਬਾਰਾ ਅਸੀਂ ਕਦੋਂ ਲਾਗੂ ਕਰ ਦਈਏ। ਸ਼ਿਕਾਰ ਕਰਨ ਦੇ ਲਈ ਸ਼ੇਰ ਕਹਿੰਦੇ 2 ਕਦਮ ਪਿੱਛੇ ਹਟਦਾ ਹੈ। ਇਹਦਾ ਮਤਲਬ ਵੀ ਇਹ ਕਿਸਾਨ ਬਿੱਲ ਜਿਹੜੇ ਨੇ ਲਾਗੂ ਕਰਕੇ ਤੁਸੀਂ ਫਿਰ ਖਾਰਜ ਕਰ ਦਿੱਤੇ, ਇਹਦਾ ਮਤਲਬ ਫਿਰ ਲਾਗੂ ਹੋਣਗੇ। ਕਿਤੇ ਨਾ ਕਿਤੇ ਇਹ ਇੱਕ ਇਸ਼ਾਰਾ ਹੈ, ਇਹ ਸੰਕੇਤ ਹੈ। ਪੰਜਾਬ ਨੂੰ ਲੱਖਾਂ ਰੁਪਏ ਦਾ ਜਿਹੜਾ ਮੁਆਵਜ਼ਾ ਹੈ ਸੈਂਟਰ ਗੌਰਮੈਂਟ ਦਾ ਰੋਕ ਦੇਣਾ, ਇਹ ਕਿਸਾਨ ਵਿਰੋਧੀ ਔਰ ਪੰਜਾਬ ਵਿਰੋਧੀ ਆਪਣੀ ਨੀਤੀ ਸਾਬਤ ਕਰਨ ਦਾ ਇੱਕ ਉਹਨਾਂ ਨੇ ਜੋ ਸਬੂਤ ਦੇ ਦਿੱਤਾ ਆ। ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ, ਪਰ ਪੰਜਾਬ ਦਾ ਨਾਮ ਹੀ ਉਹ ਲਿਸਟ ਵਿੱਚੋਂ ਕੱਢ ਦੇਣਾ, ਇਹ ਪੰਜਾਬ ਵਿਰੋਧੀ ਨੀਤੀ ਦਾ ਇੱਕ ਦਿਸ਼ਾ ਹੈ। ਗੁਰਮੁਖੋ, ਬੀਜੇਪੀ ਸਰਕਾਰ ਸਾਡੀ ਇੱਕ ਕਾਤਲ ਸਰਕਾਰ ਹੈ, ਕਿਸਾਨਾਂ ਦੀ ਕਾਤਲ ਪਾਰਟੀ ਹੈ, ਜਿਹਦੇ ਵਿੱਚ 750 ਕਿਸਾਨਾਂ ਦੀ ਸ਼ਹੀਦੀ ਹੁੰਦੀ ਹੈ। 750 ਕਿਸਾਨਾਂ ਦੀ ਸ਼ਹੀਦੀ ਦੀ ਸਾਨੂੰ ਜਿਹੜੀ ਭਰਪਾਈ ਸੀ ਉਹ ਨਹੀਂ ਮਿਲੀ, ਮਾਫੀ ਨਹੀਂ ਮੰਗੀ। ਦੂਸਰੀ ਗੱਲ, ਔਰ ਖੇਤੀ ਕਾਨੂੰਨ ਦੁਬਾਰਾ ਲਾਗੂ ਕਰਨ ਦੇ ਬਾਰੇ ਬਿਆਨ ਦੇਣੇ, ਜਿਹੜੇ ਕਿਸਾਨ ਵੀਰਾਂ ਤੇ ਪਰਚੇ ਹੋਏ ਉਹ ਪਰਚਿਆਂ ਨੂੰ ਰੱਦ ਨਹੀਂ ਕੀਤਾ ਗਿਆ। ਦੱਸੋ ਜੀ ਕਿਵੇਂ ਧੰਨਵਾਦ ਕਰੀਏ। ਹਜੇ ਕਹਿੰਦੇ ਜੀ ਬੀਜੇਪੀ ਦਾ ਵਿਰੋਧ ਨਾ ਕਰੋ, ਤੁਹਾਡੀ ਖੇਤੀ ਕਾਨੂੰਨਾਂ ਦੀ ਲੜਾਈ ਸੀ ਉਹ ਮਾਫ ਹੋ ਗਏ, ਰੱਦ ਕਰ ਦਿੱਤੇ, ਕਹਿੰਦੇ ਜੀ ਹੁਣ ਕਾਹਦਾ ਵਿਰੋਧ ਰਹਿ ਗਿਆ। 750 ਕਿਸਾਨ ਭਰਾ ਸਾਡੇ ਛੱਡ ਕੇ ਚਲੇ ਗਏ। ਕਿਸਾਨਾਂ ਦੇ ਉੱਪਰ ਜਿਨ੍ਹਾਂ ਦੇ ਉੱਪਰ ਪਰਚੇ ਹੋਏ ਉਹ ਪਰਚੇ ਰੱਦ ਨਹੀਂ ਹੋਏ। ਅਸੀਂ ਵਿਰੋਧ ਨਾ ਕਰੀਏ ਤੇ ਕੀ ਕਰੀਏ? ਦੱਸੋ ਸਹੀ। ਸਾਡੇ ਵੀਰਾਂ ਦਾ ਘਾਟਾ ਪੂਰਾ ਨਹੀਂ ਹੋ ਸਕਦਾ। ਦੂਜੀ ਗੱਲ, ਸਾਡੇ ਤੇ ਜਿਹੜੇ ਪਰਚੇ ਹੋਏ ਉਹ ਪਰਚਿਆਂ ਦੀ ਜਿਹੜੀ ਭਰਪਾਈ ਹੈ ਉਹ ਕੌਣ ਕਰਕੇ ਦੇਵੇਗਾ? ਇਸ ਕਰਕੇ ਬੇਨਤੀ ਕਰਨ ਲੱਗਿਆ ਸੀ ਕਿ ਨਵੇਂ ਖੇਤੀ ਕਾਨੂੰਨ ਲਾਗੂ ਕਰਨ ਬਾਰੇ ਸਰਕਾਰ ਵਿਉਂਤਬੰਦੀਆਂ ਘੜ ਰਹੀ ਹੈ। ਚੋਣਾਂ ਕਰਕੇ ਇਹਨਾਂ ਨੇ ਰੱਦ ਕੀਤੇ ਤੇ ਗੁਰਮੁਖੋ ਯਾਦ ਰਿਓ, ਤਗੜੇ ਰਿਓ, ਇਕਾਗਰ ਚਿੱਤ ਹੋ ਕੇ, ਇਕੱਤਰਤਾ ਰੱਖ ਕੇ, ਨੌਜਵਾਨੀ ਨੂੰ ਨਾਲ ਰੱਖ ਕੇ ਚੱਲਿਓ। ਆਪੋ ਆਪਣੇ ਏਕੇ ਸੋਥੇ ਨਾਲ ਇਹ ਦੁਬਾਰਾ ਆਪਾਂ ਇਹਨਾਂ ਤੇ ਕਾਬੂ ਪਾ ਸਕਦੇ ਹਾਂ, ਨਹੀਂ ਤੇ ਖੇਤੀ ਕਾਨੂੰਨ ਦੁਬਾਰਾ ਇਹ ਲਾਗੂ ਕਰਕੇ ਰੱਖ ਦੇਣਗੇ। ਫਿਰ ਆਪਾਂ ਨੂੰ ਜੰਗ ਲੜਨੀ ਪਵੇਗੀ। ਯਾਦ ਰੱਖਿਓ, ਜੰਗ ਏਕੇ ਤੇ ਸਬਰ ਨਾਲ ਜਿੱਤੀ ਸੀ, ਇਸ ਵਾਰੀ ਵੀ ਏਕਾ ਤੇ ਸਬਰ ਹੀ ਜਿਤਾਊਗਾ ਤੇ ਬਿਲਕੁਲ ਅੱਡੋ ਪਾਟ ਨਾ ਹੋਇਓ। ਗੁਰਮੁਖੋ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਚੈਨਲ ਸਬਸਕ੍ਰਾਈਬ ਕਰਿਓ, ਅੱਗੇ ਵੀ ਕਰਵਾ ਦਿਓ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।